हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਤਿਕੋਣਾਂ ਦੀ ਸਰਵੰਗ ਸਮਤਾ ਬਾਰੇ ਗੱਲ ਕੀਤੀ ਸੀ। ਉਹਨਾਂ ਦੇ ਜਿਹੜੇ ਦੋ ਮਾਪਦੰਡ ਆਪਾਂ ਫਿਲਹਾਲ ਦੋ ਮਾਪਦੰਡ ਤੇ ਚਰਚਾ ਕੀਤੀ ਸੀ, SAS ਭੁਜਾ ਕੋਣ ਭੁਜਾ ਅਤੇ ASA ਕੋਣ ਭੁਜਾ ਕੋਣ, ਜਾਂ ਇਹਦੀ ਅੱਗੇ ਜੋ ਸਪੈਸ਼ਲਿਟੀ AS ਦੀ ਆਪਾਂ ਗੱਲ ਕੀਤੀ ਸੀ। ਇਸ ਲੈਕਚਰ ਦੇ ਵਿੱਚ ਇਹਨਾਂ ਦੋਨਾਂ ਮਾਪਦੰਡਾਂ ਨੂੰ ਅੱਗੇ ਆਪਾਂ ਸਮਦੋਭੁਜੀ ਤਿਕੋਣ ਦੇ ਵਿੱਚ ਵਰਤਾਂਗੇ। ਇਸ ਦੇ ਰਿਜ਼ਲਟ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਜੋ ਸਮਦੋਭੁਜੀ ਤਿਕੋਣ ਹੁਣ ਕਿਹੜੀ ਹੁੰਦੀ ਹੈ, ਜਿਹਦੀਆਂ ਦੋ ਭੁਜਾਵਾਂ ਕੀ ਹੋਣ ਬਰਾਬਰ, AB ਮੰਨ ਲਓ AB ਬਰਾਬਰ ਹੈ AC ਇੱਥੇ, ਜਾਂ ਅਗਰ ਮੈਂ ਦੂਸਰੀ ਤਿਕੋਣ ਕੋਈ ਹੋਰ ਲੈ ਰਿਹਾ ਤਾਂ ਆਹ ਦੋ ਕੋਈ ਵੀ ਦੋ ਹੋ ਸਕਦੀਆਂ ਨੇ, ਜਾਂ AC ਬਰਾਬਰ ਹੈ BC ਉਹ ਦੋ ਵੀ ਹੋ ਸਕਦੀਆਂ। ਤਾਂ ਆਪਾਂ ਨੂੰ ਪਤਾ ਹੈ ਸਮਦੋਭੁਜੀ ਤਿਕੋਣ ਕਿਹੜੀ ਹੁੰਦੀ ਹੈ, ਜਿਸ ਦੀਆਂ ਦੋ ਭੁਜਾਵਾਂ ਬਰਾਬਰ ਹੋਣ, ਚਾਹੇ ਉਹ ਉੱਪਰਲੀਆਂ ਦੋ ਹੋ ਸਕਦੀਆਂ, ਇੱਕ ਉੱਪਰਲੀ ਇੱਕ ਨਿਚਲੀ ਹੋ ਸਕਦੀ ਹੈ, ਉਹ ਕਲੀਅਰ ਹੈ। ਉਧਰਲਾ ਕੇਸ ਇਧਰਲਾ ਵੀ ਹੋ ਸਕਦਾ ਹੈ। ਤਾਂ ਇੱਕ ਬੜਾ ਇੰਪੋਰਟੈਂਟ ਰਿਜ਼ਲਟ ਹੈ ਆਪਣੇ ਕੋਲੇ। ਰਿਜ਼ਲਟ ਕੀ ਹੈ, ਤਿਕੋਣ ਵਿੱਚ ਜੇ ਦੋ ਭੁਜਾਵਾਂ ਬਰਾਬਰ ਹਨ ਤਾਂ ਉਹਨਾਂ ਦੇ ਜੋ ਸਨਮੁਖ ਕੋਣ ਹੁੰਦੇ ਆ ਉਹ ਵੀ ਕੀ ਹੁੰਦੇ ਨੇ, ਬਰਾਬਰ ਹੁੰਦੇ ਆ। ਇੱਕ ਬੜਾ ਇੰਪੋਰਟੈਂਟ ਰਿਜ਼ਲਟ ਹੈ ਜਿਸ ਤੇ ਆਪਾਂ ਜ਼ਰੂਰ ਵਰਤਾਂਗੇ। ਕੀ ਆ ਦੇਖੋ, ਹੁਣ ਇਸ ਤਿਕੋਣ ਦੇ ਵਿੱਚ ਫਿਲਹਾਲ ਮੈਂ ਇਸ ਤਿਕੋਣ ਦੀ ਗੱਲ ਕਰ ਰਿਹਾ, AB ਤੇ AC ਬਰਾਬਰ ਨੇ ਨਾ, ਤਾਂ ਇਹਦੇ ਸਾਹਮਣੇ C ਆ ਗਿਆ, ਇਹਦੇ ਸਾਹਮਣੇ B ਆ ਗਿਆ, ਤਾਂ B ਤੇ C ਵੀ ਆਪਸ ਕੀ ਹੋਣਗੇ, ਫਿਰ ਬਰਾਬਰ ਹੋਣਗੇ। ਤੇ ਉਲਟਾ ਵੀ ਹੈ, ਅਗਰ ਕੋਣ ਬਰਾਬਰ ਨੇ ਇੱਕ ਤਿਕੋਣ ਦੇ ਵਿੱਚ ਤਾਂ ਉਹਦੇ ਸਨਮੁਖ ਭੁਜਾਵਾਂ ਵੀ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਸੇਮ ਸਿਨੈਰੀਓ ਇੱਥੇ ਹੈ। ਇੱਥੇ ਆਪਣੇ ਕੋਲ ਕੀ ਹੈ, AB ਤੇ BC ਆਪਸ ਕੀ ਨੇ, ਬਰਾਬਰ ਨੇ, ਤਾਂ AB ਦੇ ਸਾਹਮਣੇ ਕੋਣ C ਆ ਗਿਆ, BC ਦੇ ਸਾਹਮਣੇ ਕੋਣ A ਆ ਗਿਆ, ਤਾਂ ਕੋਣ A ਤੇ ਕੋਣ C ਵੀ ਆਪਸ ਕੀ ਹੋਣਗੇ, ਬਰਾਬਰ। ਉਲਟਾ ਅਗਰ ਦੋ ਕੋਣ ਬਰਾਬਰ ਨੇ, ਮੰਨ ਲਓ ਮੈਂ PQR ਤੇ ਗੱਲ ਕਰ ਰਿਹਾ, ਆਪਾਂ ਲੈ ਲਿਆ Q ਤੇ P, ਮੰਨ ਲਓ ਕੋਣ P ਬਰਾਬਰ ਕੋਣ Q ਹੈ, ਤਾਂ ਜੋ ਇਹਨਾਂ ਦੇ ਸਾਹਮਣੇ ਵਾਲੀਆਂ ਭੁਜਾਵਾਂ ਕਿਹੜੀਆਂ ਕਿਹੜੀਆਂ ਦੇਖੋ, QR ਅਤੇ PR, ਉਹ ਵੀ ਆਪਸ ਦੇ ਵਿੱਚ ਕੀ ਹੋਣਗੀਆਂ, ਬਰਾਬਰ ਹੋਣਗੇ। ਤਾਂ ਆਹ ਇੱਕ ਰਿਜ਼ਲਟ ਹੈ ਕਿ ਇੱਕ ਤਿਕੋਣ ਵਿੱਚ ਜਦੋਂ ਦੋ ਭੁਜਾਵਾਂ ਬਰਾਬਰ ਹੁੰਦੀਆਂ, ਕਿਉਂਕਿ ਕਲੀਅਰ ਹੈ ਜੇ ਦੋ ਭੁਜਾਵਾਂ ਬਰਾਬਰ ਹੁੰਦੀਆਂ ਤਾਂ ਉਹ ਸਮਦੋਭੁਜੀ ਤਿਕੋਣ ਹੁੰਦੀ ਹੈ। ਤਾਂ ਇੱਕ ਤਿਕੋਣ ਵਿੱਚ ਅਗਰ ਦੋ ਭੁਜਾਵਾਂ ਬਰਾਬਰ ਨੇ ਤਾਂ ਉਹਨਾਂ ਦੇ ਜਿਹੜੇ ਸਨਮੁਖ ਸਾਹਮਣੇ ਵਾਲੇ ਕੋਣ ਵੀ ਕੀ ਹੁੰਦੇ ਨੇ, ਬਰਾਬਰ। ਜਾਂ ਉਲਟਾ ਇੱਕ ਤਿਕੋਣ ਵਿੱਚ ਜੇ ਦੋ ਕੋਣ ਬਰਾਬਰ ਨੇ ਤਾਂ ਉਹਨਾਂ ਦੇ ਸਨਮੁਖ ਜਾਂ ਸਾਹਮਣੇ ਵਾਲੀਆਂ ਭੁਜਾਵਾਂ ਵੀ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਤਾਂ ਇਸ ਰਿਜ਼ਲਟ ਨੂੰ ਆਪਾਂ ਜੋ ਇਸ ਟੌਪਿਕ 'ਚ ਆਪਾਂ ਕੁਐਸਚਨਸ ਕਰਨੇ ਨੇ ਯੂਜ਼ ਕਰਾਂਗੇ ਸਰਵੰਗ ਸਮਤਾ ਦੇ ਵਿੱਚ, ਤੇ ਆਹ ਦੋ ਮਾਪਦੰਡਾਂ ਨੂੰ ਆਪਾਂ ਵਰਤਾਂਗੇ। ਆਪਾਂ ਹੁਣ ਐਗਜ਼ਾਮਪਲ ਸਟਾਰਟ ਕਰਦੇ ਹਾਂ, ਕੁਐਸਚਨ ਸਟਾਰਟ ਕਰਦੇ ਹਾਂ। ਤਾਂ ਕੁਐਸਚਨ ਕੀ ਕਹਿ ਰਿਹਾ, ਪਹਿਲਾ ਉਦਾਹਰਨ ਕੀ ਕਹਿ ਰਹੀ ਹੈ, ਤਿਕੋਣ ABC ਵਿੱਚ, ਤਿਕੋਣ ABC ਵਿੱਚ ਕੋਣ A ਦਾ ਸਮਦੁਭਾਜਕ AD ਭੁਜਾ BC ਤੇ ਲੰਬ ਹੈ। ਤਿਕੋਣ ABC ਆਪਾਂ ਨੂੰ ਦਿੱਤੀ ਹੋਈ ਹੈ ਡਾਇਗਰਾਮ, ਆਹ ਇੱਕ ਆਪਾਂ ਨੂੰ ਡਾਇਗਰਾਮ ਦਿੱਤੀ ਹੋਈ ਹੈ। ਤਾਂ ਸਿੱਧ ਕਰੋ AB ਬਰਾਬਰ AC ਜਾਂ ਤਿਕੋਣ ABC ਇੱਕ ਸਮਦੋਭੁਜੀ ਤਿਕੋਣ ਹੈ। ਇੱਕੋ ਹੀ ਗੱਲ ਹੈ, ਕਿਉਂਕਿ ਅਗਰ ਦੋ ਭੁਜਾਵਾਂ ਬਰਾਬਰ ਨੇ ਤਾਂ ਤਿਕੋਣ ਕੀ ਹੁੰਦੀ ਹੈ, ਸਮਦੋਭੁਜੀ। ਹੁਣ ਦੇਖੋ ਕੀ ਦਿੱਤਾ ਹੋਇਆ, ਕਹਿੰਦੇ ਤਿਕੋਣ ABC
ਵਿੱਚ ਕੌਣ A ਦਾ ਸਮਦੁਭਾਜਕ, ਕੌਣ A ਦਾ ਸਮਦੁਭਾਜਕ ਆ ਇਹਦੇ ਬਰਾਬਰ ਹੋ ਗਿਆ। ਆਪਾਂ ਸੌਖਾ ਕਰਨ ਲਈ ਨਾਮ ਦੇ ਰਹੇ ਹਾਂ ਤਾਂ 1 ਬਰਾਬਰ ਹੈ 2 AD। ਭੁਜਾ BC ਤੇ ਲੰਬ ਹੈ, ਲੰਬ ਦਾ ਮਤਲਬ 90 ਡਿਗਰੀ। ਇੱਥੇ ਵੀ ਆਪਾਂ ਸੌਖਾ ਬਣਾਉਣ ਦੇ ਲਈ ਨਾਮ ਦੇ ਦਿੰਦੇ ਹਾਂ ਤਾਂ ਸਿੱਧ ਕਰਨਾ ਹੈ। ਹੁਣ ਆਪਣੇ ਕੋਲ 2 ਤਿਕੋਣਾ ਬਣ ਗਈਆਂ, ਇੱਕ ਆ ਬਣ ਗਈ, ਇੱਕ ਆ ਬਣ ਗਈ। ਤਿਕੋਣ ABD ਅਤੇ ਤਿਕੋਣ ACD ਵਿੱਚ ਇੱਕ ਆਪਾਂ ਨੂੰ ਕੋਣ ਦਾ ਸਮਦੁਭਾਜਕ ਦਿੱਤਾ ਹੋਇਆ ਹੈ, ਕੋਣ 1 ਬਰਾਬਰ ਹੈ ਕੋਣ 2। ਦੂਸਰਾ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਲੰਬ ਦਿੱਤਾ ਹੋਇਆ ਹੈ, ਕੋਣ 3 ਬਰਾਬਰ ਹੈ ਕੋਣ 4 90 ਡਿਗਰੀ। ਆਪਾਂ ਇੱਕੋ ਗੱਲ ਕਰਦੇ ਆ ਰਹੇ ਹਾਂ ਸ਼ੁਰੂ ਤੋਂ ਹੀ ਕਿ 2 ਸ਼ਰਤਾਂ ਆਪਾਂ ਨੂੰ ਦੇਣਗੇ, ਤੀਜੀ ਸ਼ਰਤ ਆਪਾਂ ਦੇਖਣੀ ਹੈ। ਦੇਖੋ ਆ 2 ਤਿਕੋਣਾ ਆਪਾਂ ਲੈ ਕੇ ਚੱਲਿਆ, ਆ ਹਿੱਸਾ ਕੀ ਆ ਗਿਆ, ਸਾਂਝਾ ਆ ਗਿਆ, ਤਾਂ ਇਹਦਾ ਮਤਲਬ AD ਕੀ ਹੋ ਗਿਆ, ਸਾਂਝਾ। ਤਿਕੋਣਾ ਸਰਵੰਗ ਸਮ, ਤੇ ਜੇ ਤਿਕੋਣਾ ਸਰਵੰਗ ਸਮ ਨੇ, ਪਹਿਲਾ ਸਿਧਾਂਤ ਦੇਖੋ ਕਿਹੜਾ ਹੈ, 2 ਕੋਣ ਤੇ ਵਿਚਕਾਰਲੀ ਭੁਜਾ ASA ਮਾਪਦੰਡ। ਤਾਂ ਸਿਧਾਂਤ ਜਾਂ ਮਾਪਦੰਡ ਜਾਂ ਕਸੌਟੀ ਸ਼ਬਦ ਵੀ ਵਰਤਿਆ ਜਾਂਦਾ ਹੈ, ਕਿਹੜਾ ਆਪਣੇ ਕੋਲੇ ASA। ਤਾਂ ਉਸ ਦੇ ਸਿਧਾਂਤ ਦੇ ਰਾਹੀਂ ਜਾਂ ਮਾਪਦੰਡ ਦੇ ਰਾਹੀਂ ਤਿਕੋਣਾ ਕੀ ਹੋ ਗਈਆਂ, ਸਰਵੰਗ ਸਮ। ਤੇ ਜੇ ਤਿਕੋਣਾ ਸਰਵੰਗ ਸਮ ਹੈ ਉਹਨਾਂ ਦੇ CPCT ਸੰਗਤ ਭਾਗ ਕਿਹੜੇ ਕਿਹੜੇ ਆ ਦੇਖੋ। ਇੱਕ ਦੇ ਸਾਹਮਣੇ ਇਹ, ਇੱਥੇ ਮੈਂ ਕਈ ਆਂਸਰ ਲਿਖ ਰਿਹਾ ਹੁਣ ਦੇਖੋ, ਆ ਵੀ ਆ ਗਿਆ। ਇੱਕ ਆ ਬਰਾਬਰ ਲਿਆ ਤਾਂ ਇਹਦੇ ਸਾਹਮਣੇ AB ਬਰਾਬਰ ਹੈ AC, ਇਹ CPCT ਹੈ। ਹੁਣ ਇੱਥੇ ਦੇਖੋ ਆਪਾਂ ਨੂੰ ਆ ਸਿੱਧ ਕਰਨ ਨੂੰ ਕਿਹਾ, ਆਪਣਾ ਆਂਸਰ ਆ ਗਿਆ, ਕੁਐਸਚਨ ਆਪਣਾ ਖਤਮ ਹੋ ਗਿਆ। ਇਹ ਸਿਰਫ ਇੱਕ ਮੈਂ ਸਮਝਾਉਣ ਦੇ ਲਈ ਲਿਖਿਆ BD ਬਰਾਬਰ ਹੈ DC, ਕਿਉਂਕਿ ਕਈ ਵਾਰੀ ਆਪਾਂ ਨੂੰ ਇਹ ਵੀ ਕਹਿ ਸਕਦੇ ਆ ਕਿ ਸਿੱਧ ਕਰੋ, ਇੱਕ ਹਿੱਸਾ ਇਹ ਵੀ ਆ ਸਕਦਾ ਹੈ ਕਿ DBC ਦਾ ਮੱਧ ਬਿੰਦੂ ਹੈ, ਆ ਸਕਦਾ ਹੈ ਨਾ। ਤਾਂ ਫਿਰ ਆਪਾਂ ਲਿਖ, ਕਿਉਂਕਿ ਦੇਖੋ ਆਪਾਂ ਇੱਕ ਗੱਲ ਕੀ ਕੀਤੀ ਹੈ, ਜਿਹੜੇ ਕੋਣ ਬਰਾਬਰ ਹੈ ਉਹਨਾਂ ਦੇ ਸਾਹਮਣੇ ਵਾਲੀਆਂ ਸੰਗਤ ਭੁਜਾਵਾਂ ਆ ਗਈਆਂ। ਜਿਹੜਾ ਕੋਣ ਬਰਾਬਰ ਹੈ ਉਹ ਸਾਹਮਣੇ ਸੰਗਤ ਹੈ, ਤਾਂ ਸਿੱਧਾ ਆਪਣਾ ਆਂਸਰ ਆ ਸਕਦਾ ਹੈ। ਸੰਗਤ ਭਾਗ ਨੂੰ ਆਪਾਂ ਬੜੀ ਆਸਾਨੀ ਦੇ ਨਾਲ ਕੀ ਕਰ ਸਕਦੇ ਹਾਂ, ਆਪਾਂ ਹੱਲ ਕਰ ਸਕਦੇ ਹਾਂ। ਤਾਂ ਇਹ ਹੋ ਗਿਆ ਦੇਖੋ ਆਪਣੇ ਕੋਲੇ ਪਹਿਲਾ ਕੁਐਸਚਨ ਜਿਸ ਤੇ ਆਪਾਂ ਗੱਲ ਕਰਦੇ ਹਾਂ। ਹੁਣ ਆਪਾਂ ਨੈਕਸਟ ਚੱਲਦੇ ਹਾਂ। ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲੇ, ਤਿਕੋਣ ABC ਵਿੱਚ ਤਿਕੋਣ ABC ਵਿੱਚ ਬਿੰਦੂ E ਅਤੇ F, ਤਿਕੋਣ ਇਹ ਆਪਾਂ ਨੂੰ ਇੱਥੇ ਡਾਇਗਰਾਮ ਗਿਵਨ ਹੈ ਆਪਾਂ ਨੂੰ, ਬਿੰਦੂ E ਅਤੇ F ਸਮਾਨ ਭੁਜਾਵਾਂ AB ਅਤੇ AC, ਸਮਾਨ ਭੁਜਾਵਾਂ AB ਅਤੇ AC ਦੇ ਕਰਮਵਾਰ ਮੱਧ ਬਿੰਦੂ ਹਨ। ਸਿੱਧ ਕਰੋ BF ਬਰਾਬਰ ਹੈ CE। ਡਾਇਗਰਾਮ ਆਪਾਂ ਨੂੰ ਗਿਵਨ ਹੈ, ਤਿਕੋਣ ABC ਵਿੱਚ E ਅਤੇ F ਭੁਜਾਵਾਂ AB ਅਤੇ ਮੱਧ ਬਿੰਦੂ ਨੇ, ਦੇਖੋ ਦਿੱਤਾ ਕੀ ਹੋਇਆ, ਮੱਧ ਬਿੰਦੂ ਨੇ। ਆਪਾਂ ਗੱਲ ਕਰਦੇ ਹਾਂ, ਸਿੱਧ ਕਰਨਾ ਹੈ BF ਬਰਾਬਰ ਹੈ CE। ਦਿੱਤਾ ਕੀ ਹੋਇਆ, ਸਭ ਤੋਂ ਪਹਿਲਾਂ ਇਹ ਰਕਮ ਨੂੰ ਪੜੋ, ਕੀ ਰਕਮ ਕਹਿ ਰਹੀ ਹੈ, E ਅਤੇ F ਸਮਾਨ ਭੁਜਾਵਾਂ AB ਅਤੇ AC। ਤਾਂ ਇਹਦਾ ਮਤਲਬ AB ਅਤੇ AC ਆਪਸ ਕੀ ਨੇ, ਬਰਾਬਰ ਨੇ। ਫਿਲਹਾਲ ਮੈਂ ਉਹਦੇ ਰਕਮ ਨੂੰ ਤੋੜ ਰਿਹਾ, ਸਟੇਟਮੈਂਟ ਨੂੰ, ਡਾਇਗਰਾਮ ਨੂੰ ਤੋੜ ਰਿਹਾ ਮੈਂ ਇੱਥੇ। ਆਪਾਂ ਨੂੰ ਆਹ ਦੋਨੇ ਦੇਤੇ ਨਾ, AB ਅਤੇ AC ਕੀ ਕਰਤੇ, ਆਪਾਂ ਨੂੰ ਦੇਤੇ। ਨੰਬਰ 2, ਆਹ ਦੋਨੇ ਇਹਦੇ ਮੱਧ ਬਿੰਦੂ ਨੇ। ਤਾਂ ਦੇਖੋ ਹੁਣ ਧਿਆਨ ਨਾਲ, E ਇੱਥੇ ਜੇ ਕਿਤੇ ਹੈ, F ਇੱਥੇ ਜੇ ਕਿਤੇ ਹੈ, ਜਦੋਂ ਆਹ ਦੋਨੇ ਹਿੱਸੇ ਬਰਾਬਰ ਹੋ ਗਏ ਤੇ ਆਹ ਮੱਧ ਬਿੰਦੂ ਨੇ, ਅੱਧੇ ਨੇ, ਤਾਂ ਇਹਦਾ ਮਤਲਬ ਅੱਧੇ ਹਿੱਸੇ ਵੀ ਆਪਸ ਕੀ ਹੋਣਗੇ, ਬਰਾਬਰ ਹੋਣਗੇ। ਆਪਾਂ ਉੱਪਰਲੇ ਹਿੱਸੇ ਤੇ ਗੱਲ ਕਰਦੇ ਹਾਂ। ਇੱਕ 2 ਤਰੀਕੇ ਨਾਲ ਹੋਊਗਾ, ਮੈਂ ਦੋਨੇ ਤਰੀਕੇ ਦੱਸਦਾ। ਤਾਂ ਫਿਰ E ਅਤੇ F ਕਿਉਂਕਿ ਮੱਧ ਬਿੰਦੂ ਨੇ,
ਤਾਂ ਜਦੋਂ ਦੋ ਭੁਜਾਵਾਂ ਬਰਾਬਰ ਨੇ ਤਾਂ ਜਦੋਂ ਮੱਧ ਬਿੰਦੂ ਆ ਗਏ ਤਾਂ ਅੱਧੇ ਹਿੱਸੇ ਵੀ ਕੀ ਹੋਣਗੇ, ਬਰਾਬਰ ਹੋਣਗੇ। ਤਾਂ ਫਿਰ AE ਕਿਹਦੇ ਬਰਾਬਰ ਆ ਗਿਆ, AF ਦੇ। ਠੀਕ, ਤਾਂ ਸਿੱਧ ਕਰਨਾ ਹੈ ਹੁਣ ਤਿਕੋਣਾ। ਦੇਖੋ ਆਪਾਂ ਕੀ ਲੈ ਕੇ ਚੱਲੇ ਆ, AB ਤੇ AC, AB ਤੇ AC ਆਪਾਂ ਇਹੀ ਲੈ ਕੇ ਚੱਲੇ ਆ ਨਾ। ਨੰਬਰ 2 ਦੂਸਰਾ ਆਪਾਂ ਕਿਹੜਾ ਲਿਆ, AE ਤੇ AF, AP ਤੇ AF। ਸਿੱਧ ਕੀ ਕਰਨਾ ਹੈ, BF ਤੇ CE। ਧਿਆਨ ਨਾਲ ਦੇਖੋ, ਤੁਹਾਨੂੰ ਦੋ ਤਿਕੋਣਾ ਦਿਖ ਰਹੀਆਂ ਨੇ ਇੱਥੇ। ਕਿਹੜੀ ਕਿਹੜੀ ਤਿਕੋਣ ਦਿਖ ਰਹੀ ਹੈ, ਜੋ ਦਿੱਤਾ ਹੋਇਆ ਹੈ ਤੇ ਜੋ ਸਿੱਧ ਕਰਨਾ ਹੈ। ਕਿਉਂਕਿ ਇੱਥੇ ਦੇਖੋ ਕਈ ਤਿਕੋਣਾਂ ਨੇ, ਆਪਾਂ ਨੂੰ ਸਮਝ ਨਹੀਂ ਆ ਰਿਹਾ। ਪਿਛਲੇ ਡਾਇਗਰਾਮ ਦਾ ਸਿੱਧਾ ਪਿਆ ਸੀ ਆਪਣੇ ਕੋਲ, ਇੱਕ ਇੱਧਰ ਪਈ ਸੀ, ਇੱਕ ਉੱਧਰ ਪਈ ਸੀ, ਪਰੰਤੂ ਇੱਥੇ ਬੜੀ ਕਨਫਿਊਜ਼ਨ ਹੈ। ਤਾਂ ਜੋ ਤੁਹਾਨੂੰ ਦਿੱਤਾ ਹੋਇਆ ਤੇ ਜੋ ਤੁਹਾਨੂੰ ਸਿੱਧ ਕਰਨਾ ਹੈ, ਤੁਹਾਨੂੰ ਉਹ ਸਾਰੇ ਮਿਲਾ ਕੇ ਦੱਸਣਗੇ ਤੁਸੀਂ ਕਿਹੜੀ ਤਿਕੋਣ ਲੈ ਕੇ ਚੱਲਣੀ ਹੈ। ਇੱਕ ਤਿਕੋਣ ਆ ਗਈ FB AEC, ਆਏ ਦੇ ਬਰਾਬਰ ਹੋ ਗਿਆ, ਆਏ ਦੇ ਬਰਾਬਰ ਹੋ ਗਿਆ। ਠੀਕ, ਉਰੇ ਮੈਂ ਡਾਟ ਪਾ ਰਿਹਾ ਕਿਉਂਕਿ ਇਹ ਆਪਾਂ ਕੀ ਕਰਨਾ ਹੈ, ਸਿੱਧ ਕਰਨਾ ਹੈ। ਤਾਂ ਤਿਕੋਣ ਕਿਹੜੀ ਕਿਹੜੀ ਹੋਗੀ, ਤਿਕੋਣ AFB ਅਤੇ ਤਿਕੋਣ AEC ਵਿੱਚ ਸਭ ਤੋਂ ਪਹਿਲਾਂ AB ਬਰਾਬਰ ਹੈ AC, ਨੰਬਰ 2 AE ਬਰਾਬਰ ਹੈ AF। ਕੀ ਮੈਂ ਇਹ ਸਹੀ ਲਿਖਿਆ, ਮੈਂ ਇਹਨੂੰ ਜਾਣ ਕੇ ਲਿਖਿਆ, ਕੀ ਮੈਂ ਇਹਨੂੰ ਸਹੀ ਲਿਖਿਆ, ਨਹੀਂ। ਆਪਾਂ ਗੱਲ ਕੀਤੀ ਸੀ ਜੋ ਤਿਕੋਣ ਪਹਿਲੇ ਨੰਬਰ ਤੇ ਆਊਗੀ, ਖੱਬੇ ਹੱਥ ਆਊਗੀ, ਉਸੇ ਦੀਆਂ ਭੁਜਾਵਾਂ ਖੱਬੇ ਹੱਥ ਆਉਣਗੀਆਂ ਤੇ ਇਹਦੀ ਭੁਜਾ AF ਹੈ। ਤਾਂ ਇਸ ਗੱਲ ਦਾ ਧਿਆਨ ਚ ਰੱਖਿਓ ਗੱਲ, ਮੈਂ ਇਹ ਗਲਤੀ ਜਾਣ ਕੇ ਕੀਤੀ ਹੈ ਤਾਂ ਕਿ ਤੁਹਾਨੂੰ ਇਹ ਚੀਜ਼ ਦਾ ਧਿਆਨ ਚ ਰਹੇ। ਤਾਂ AF ਬਰਾਬਰ ਹੈ AE। ਤੇ ਇੱਕ ਹੋਰ ਦੇਖੋ ਧਿਆਨ ਨਾਲ, ਆਪਾਂ ਇੱਕ ਤਿਕੋਣ ਆ ਲਈ ਹੈ, ਇੱਕ ਆ ਲਈ ਹੈ, ਆ ਹਿੱਸਾ ਦੋਹਾਂ ਦੇ ਵਿੱਚ ਕੀ ਆ ਗਿਆ, ਸਾਂਝਾ ਆ ਗਿਆ। ਕੋਣ A ਬਰਾਬਰ ਹੈ ਕੋਣ A ਸਾਂਝਾ। ਤਾਂ ਤਿਕੋਣ AFB ਸਰਵੰਗ ਸਮ ਹੈ ਤਿਕੋਣ AEC। ਆ ਦੋ ਤੇ ਵਿਚਾਲਣ ਵਾਲਾ ਕੋਣ ਬਰਾਬਰ ਹੈ। ਤਾਂ ਸਿਧਾਂਤ ਕਿਹੜਾ ਹੋ ਗਿਆ ਆਪਣੇ ਕੋਲੇ, ਮਾਪਦੰਡ ਕਿਹੜਾ ਹੋ ਗਿਆ, SAS। ਤਾਂ ਇਸ ਲਈ ਹੁਣ ਸੰਗਤ ਭਾਗ ਕਿਹੜੇ ਹੋ ਗਏ, ਫਿਰ BF ਬਰਾਬਰ ਹੈ CE। ਕਿਵੇਂ ਹੋਏ ਆਪਾਂ ਦੇਖਦੇ ਹਾਂ। BF ਦੇ ਸਾਹਮਣੇ A ਹੈ, ਇਹਦੇ ਸਾਹਮਣੇ ਵੀ A ਹੈ ਤੇ A ਆਪਣੇ ਕੋਲੇ ਬਰਾਬਰ ਪਿਆ। ਤਾਂ ਇਸ ਕਰਕੇ ਇਹਦੇ ਸੰਗਤ ਭਾਗ ਕੀ ਹੋ ਗਏ, ਬਰਾਬਰ। ਇਸ ਕੁਐਸਚਨ ਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ, ਹੁਣ ਮੈਂ ਉਸ ਤੇ ਗੱਲ ਕਰਦਾ। ਇਹ ਹੋ ਗਿਆ, ਦੇਖੋ ਕੀ ਫਰਕ ਪਿਆ। ਇੱਥੇ ਮੈਂ ਉੱਪਰਲੀਆਂ ਤਿਕੋਣਾਂ ਲਈਆਂ ਨੇ, ਆਪਾਂ ਦੋਨੋਂ ਉੱਪਰਲੀਆਂ, ਕਿਹੜੀਆਂ ਕਿਹੜੀਆਂ, ਆਹ ਤੇ ਆਹ। ਅਗਲਾ ਜਿਹੜਾ ਇਹਦੇ ਆਪਸ਼ਨ ਹੈ, ਆਲਟਰਨੇਟ ਮੈਥਡ ਹੈ, ਮੈਂ ਨਿਚਲੀਆਂ ਤਿਕੋਣਾਂ ਲਊਂਗਾ, 1 ਤੇ 2। ਤਾਂ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ। ਹੁਣ ਆਪਾਂ ਇਹਦੇ ਦੂਸਰੇ ਮੈਥਡ ਤੇ ਗੱਲ ਕਰਦੇ ਹਾਂ, ਇਹਨੂੰ ਦੁਬਾਰਾ ਬਣਾਉਂਦੇ ਹਾਂ ਸਾਰੇ ਨੂੰ। ABC EF ਆ ਡਾਇਗਰਾਮ ਸੀ। ਕੀ ਫਰਕ ਪਿਆ, ਕਿਉਂਕਿ ਜਦੋਂ ਆਪਾਂ ਨਿਚਲੇ ਹਿੱਸੇ ਦੀ ਗੱਲ ਕਰਾਂਗੇ, ਦੇਖੋ ਧਿਆਨ ਨਾਲ, ਹੁਣ ਮੈਂ ਇਸ ਹਿੱਸੇ ਦੀ ਗੱਲ ਕਰ ਰਿਹਾ, BEC CFB। ਸਭ ਤੋਂ ਪਹਿਲਾਂ ਆਪਾਂ ਨੂੰ ਸਮਾਨ ਭੁਜਾਵਾਂ ਦਿੱਤੀ ਹੈ ਤੇ ਜਦੋਂ ਆਪਾਂ ਨਿਚਲੀਆਂ ਤਿਕੋਣਾਂ ਲਵਾਂਗੇ, ਖੁਦ ਦੇਖੋ AB ਤੇ AC ਤਾਂ ਇਸ 'ਚ ਆਉਂਦਾ ਹੀ ਨਹੀਂ ਆਉਂਦਾ ਨਾ। ਤਾਂ ਆਪਾਂ ਰਿਜ਼ਲਟ ਵਰਤਾਂਗੇ। ਰਿਜ਼ਲਟ ਕੀ ਸੀ, ਜੇ ਦੋ ਭੁਜਾਵਾਂ ਬਰਾਬਰ ਨੇ ਤਾਂ ਉਹਦੇ ਸਨਮੁਖ ਕੋਣ ਵੀ ਕੀ ਹੋਣਗੇ, ਬਰਾਬਰ ਹੋਣਗੇ। AB ਦੇ ਸਾਹਮਣੇ ਆ ਗਿਆ C, AC ਦੇ ਸਾਹਮਣੇ ਆ ਗਿਆ B। ਤਾਂ ਪਹਿਲੀ ਸ਼ਰਤ ਆ ਬਣ ਗਈ ਪੂਰੇ ਦੀ ਪੂਰੀ, ਕੋਣ B ਬਰਾਬਰ ਹੈ ਕੋਣ C। ਪਹਿਲਾ ਕੰਮ ਆਪਣਾ ਹੋ ਗਿਆ। ਨੰਬਰ 2, ਫੇਰ ਉਹੀ ਗੱਲ, ਜਦੋਂ AB ਬਰਾਬਰ ਹੈ ਤੇ AC ਬਰਾਬਰ ਹੈ, ਆ ਮੱਧ ਬਿੰਦੂ ਹੈ ਤੇ ਆ ਜਦੋਂ ਮੱਧ ਬਿੰਦੂ ਹੋ ਗਏ, ਆ ਦੋਨੇ ਇਹਦੇ ਅੱਧੇ ਹਿੱਸੇ ਹੋ ਗਏ ਨਾ, ਹੈ ਨਾ। ਤਾਂ ਇਹਦਾ ਮਤਲਬ ਫਿਰ EF ਮੱਧ ਬਿੰਦੂ ਹਨ। ਤਾਂ ਫਿਰ ਇਸ ਲਈ ਜਿਹੜੇ ਅੱਧੇ ਹਿੱਸੇ ਹੋ ਗਏ ਇਹਨਾਂ ਦੇ, BE ਕਿਹਦੇ ਬਰਾਬਰ ਆ ਗਿਆ, CF ਦੇ। ਦੋ ਸ਼ਰਤਾਂ ਆਪਣੇ ਕੋਲ ਹੀ ਆ ਗਈਆਂ। ਤੀਜੀ ਸ਼ਰਤ ਦੇਖੋ ਧਿਆਨ ਨਾਲ, ਜਿਹੜਾ BC ਹੈ ਇਹ ਦੋਹਾਂ ਦੇ ਵਿੱਚ ਕੀ ਹੈ, ਸਾਂਝਾ ਹੈ। ਤਾਂ ਤੀਜੀ ਸ਼ਰਤ ਇਹ ਬਣ ਗਈ, ਤਿਕੋਣਾਂ ਕੀ ਹੋ ਜਾਣਗੀਆਂ, ਸਰਵੰਗ ਸਮ। ਲਿਖਦੇ ਹਾਂ,
त्रिकोण BEC ਅਤੇ त्रिकोण CFB ਵਿੱਚ। पहली शर्त कोण B बराबर है कोण C क्योंकि AB बराबर है AC। दूजी क्योंकि वो मध्य बिंदु ने BE बराबर है CF। तीसरी BC की हो गया साझा। तो ਇਹਦਾ मतलब ਜਿਹੜੀਆਂ त्रिकोणां ने ਉਹ ਕੀ ਹੋ ਗਈਆਂ ਸਰਵੰਗ ਸਮ। ਕਿਹੜਾ ਕੰਡੀਸ਼ਨ ਲੱਗੀ SAS। ਤਾਂ ਇਸ ਲਈ देखो आ बराबर ने तो ये सन्मुख भी की हो गए बराबर। तो CE क्योंकि ये सामने CE है बराबर BF। तो देखो इस तरीके दे नाल आपां दोनों वे ने जिस वे नाल आपां क्वेश्चन कर सकते हैं। हुण अगले क्वेश्चन ते हैं। अगले क्वेश्चन की फर्क पिया मैं दसदा, सिर्फ थोड़ा सा चेंज है, मैं पहले ही क्लीयर कर रहा। इत्थे आपां नूं E ते F मध्य बिंदु ने, उस क्वेश्चन दे विच E ਅਤੇ F लंब ने, सिर्फ आ फर्क है। इत्थे देखो E ਅਤੇ F मध्य बिंदु दिते हुए सी तो आपां उहनूं एज ए मध्य बिंदु लैके चले आ। ते अगले क्वेश्चन दे विच ओह लंब ने। देखो ABC एक समदोभुजी त्रिकोण है जिस विच ABC एक समदोभुजी त्रिकोण है जिस विच BE ਅਤੇ CF समान भुजावां, जिस विच BE ਅਤੇ CF समान भुजावां AC ਅਤੇ AB ਤੇ लंब ਹਨ। सिद्ध करो। की सिद्ध करना है? बिल्कुल सेम क्वेश्चन। BE बराबर है CF। ABC समदोभुजी है, समान भुजावां ए दित्ती है। BE ਅਤੇ CF लंब ने। उत्थे की सी मध्य बिंदु ने। सिर्फ इन्ना क फर्क पाया है, इन्होंने सिर्फ एक लाइन का फर्क पाया। एक लाइन भी नहीं, बेसिकली एक शब्द का फर्क पाया है। उरे लंब लिखा है, उत्थे लिखा सी इन्होंने मध्य बिंदु। ते क्वेश्चन बिल्कुल सेम है, सिर्फ एक शब्द के नाल। चलो जी करिए शुरू, करते हैं। सब तो पहला सिस्टम ओमी या उपरले दो या निचले दो। इसों भी आप दो तरीके नाल कर सकते हैं, या उपरले दो या निचले दो। आप पहला उपरले दो क्योंकि शिखर लंब है तो दोहां पासे 90, इधर भी 90 है, इधर भी 90 है, इधर भी 90 है तो इधर भी 90 है। सब तो पहला आप ये हिसाब नाल चलते हैं। भुजावां ए बी ते AC दित्तियां हुई है, तो फिर यदा मतलब ये हिसाब नाल त्रिकोणा उपरली AEB, दूसरी सज्जे पासे वाली होगी उपरली AFC। पहली शर्त। दूजा देखो ध्यान नाल, लंब दे रखे ना। देखो एक त्रिकोण आप आ लईए, शेड करया करो। शेड दे नाल पता लग जाता है आप किहड़े त्रिकोण लैने ते शर्तां किवें चलदियां। एक नूं मैं इधरों लाइनां मारतियां, देखो तुहानूं खुद क्लीयर हो रहा इत्थे। दो शर्तां आ गईयां। तीजी शर्त आ खुंजा, आ कोण दोहां दे विच आ रहा है, तो यदा मतलब आ कोण की हो गया, सांझा हो गया। क्वेश्चन हो गया अपने को। त्रिकोण AEB ਅਤੇ त्रिकोण AFC विच AB बराबर है AC, आ 90 है। कोण E बराबर कोण F 90। तीसरी शर्त कोण A सांझा। ठीक, एक 90 एक दे रखा, एक सांझा। इसलिए त्रिकोणा हो गया सर्वांग सम। सिद्धांत किहड़ा इत्थे, मापदंड किहड़ा है, चेक करिए। आ रहा ASA नहीं AAS। देखते हैं आ 90 है, 90 के सामने वाली बराबर है। शर्त आ गई ना, तो यदा मतलब
AAS सिद्धांत के नाल तिकोना की हो गई सर्वंग सम। इसलिए जेड़े इन्हां दे संगत भाग ने BE ते CF भी की होणगे बराबर। CPCT की सी सर्वंग सम तिकोना दे संगत भाग। हुण यह हिस्सा आपां किवें कीता है, उपरलियां दो तिकोना लैके। अगले पाठ इहदा जां की करांगे, निचलियां। मैं जां भी करवा दिना। सेम क्वेश्चन है पिछला, सिर्फ एक चेंज करता। उत्थे आपां मध्य बिंदु नूं वरतिया, इत्थे आपां लंब नूं वरतिया। A B C E F आ लंब है, क्योंकि आप निचला हिस्सा वरतना है तो मैं नीचे लंब लिख रहा। हुण AB बराबर है AC, क्योंकि आप जो निचलियां तिकोना यूज कर रहे हैं तो यदा मतलब आप की करांगे, ये सामने कोण B बराबर है कोण C। तो एक तिकोण आ होगी, एक तिकोण आ होगी। आ देखो आ भुजा की आ गई, सांझी आ गई। अपने को तिकोना की बन गया सर्वांग सम। तिकोण BFC अते तिकोण CEB विच कोण B बराबर है कोण C, आ 90 पे ने। कोण F बराबर है कोण E, ते BC अपने कोल की आ गई सांझी। तो इसलिए तिकोना अपने कोल की हो गया सर्वंग सम। तिकोण BFC सर्वंग सम है CEB। शर्त केड़ी लगी, आ बराबर आ गया। AAS क्यों लगी, क्योंकि जेड़े बराबर ने उन्होंने दे सामने लिए भुजावां भी की ने बराबर ने। AAS इसलिए हुण इहदे सामने CF, इत्थे देखो ध्यान रखना है, क्योंकि अपनी आदत है आप इहदे सामने लिख देंगे BE बराबर है CF, लेकिन CF पहली तिकोण दा पार्ट है तो इत्थे CF पहला आऊगा। उही गल दोबारा, जिहड़ी तिकोण पहले नंबर ते खब्बे हथ लिखी है उसे दियां भुजावां ते कोण भी की खब्बे हथ ही आएंगे। तो देखो क्वेश्चन उही है, उहदे दो तरीके हो गए अपने कोले हल करन दे। नैक्सट क्वेश्चन, क्वेश्चन की कह रहे हैं ABC अते DBC इक्को आधार BC उत्ते दो सम दो भुजी तिकोना हन। दो सम दो भुजी तिकोना हन। सिद्ध करो कोण ABD बराबर है ACD। क्वेश्चन देखो, आ है डायग्राम, ये आपां नूं दित्ती हुई है। ABC सम दो भुजी, आ भी सम दो भुजी। सिद्ध करना है आ कोण बराबर है आ कोण। इनू भी करन दे अपने कोले दो मैथड है। आपां नूं इत्थे सर्वंग समता की जरूरत नहीं, आपां सीधा ही हल कर सकते हैं। किवें, त्रिकोण ABC विच AB बराबर है AC, क्योंकि सम दो भुजी है, तो सामने वाले कोण भी की होंगे बराबर। कोण एक बराबर है कोण दो। सौखा तरीका दस रहा। दूसरा, त्रिकोण BDC विच, त्रिकोण BDC विच आ दोनों बराबर है BD ते DC, क्योंकि सम दो भुजी है, तो ये सामने वाले भी की होंगे बराबर। कोण 3 बराबर है कोण 4। आपां नूं पूरा कोण चाहिए, तो यदा मतलब आपां नूं इन्हां दोहां दा की चाहिए, जोड़। एक अते दो नूं जोड़न ते 1 + 3 बराबर 2 + 4। हुण 1 + 3 केड़ा कोण बन गया कंप्लीट, ABD। ए की बन गया एक ACD। तो बड़ी आसानी नाल आपां इहनूं हल कर सकते हैं। इहदा एक तरीका होर भी है,
ਇੱਕ ਮਾਪਦੰਡ ਜਿਹਦੀ ਹਾਲੇ ਆਪਾਂ ਗੱਲ ਨਹੀਂ ਕੀਤੀ, ਇਹਨੂੰ ਆਪਾਂ ਉਸ ਮਾਪਦੰਡ ਨਾਲ ਵੀ ਕਰ ਸਕਦੇ ਹਾਂ। ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਉਹ ਮਾਪਦੰਡ ਕੀ ਕਹਿੰਦਾ ਹੈ, ਇੱਥੇ ਆਪਣਾ ਟ੍ਰਿਪਲ ਐਸ ਵਰਤਿਆ ਜਾਊਗਾ ਅਗਰ ਆਪਾਂ ਵਰਤ ਸਕਦੇ ਹਾਂ। ਦੇਖੋ ABCD ਆ ਇਹਦੇ ਬਰਾਬਰ ਹੈ, ਆ ਇਹਦੇ ਬਰਾਬਰ ਹੈ। ਤਾਂ ਇਹਨੂੰ ਹੱਲ ਕਰਨ ਲਈ ਆਪਾਂ ਇੱਕ ਰਚਨਾ ਕਰਾਂਗੇ। ਰਚਨਾ ਕੀ ਕੀਤਾ, ਇਹਨੂੰ ਮਿਲਾਤਾ। ਤੇ ਰਚਨਾ ਹਮੇਸ਼ਾ ਦਾਣੇਦਾਰ ਰੇਖਾ ਨਾਲ ਹੁੰਦੀ ਹੈ, ਇਹ ਧਿਆਨ 'ਚ ਰੱਖਣੀ ਹੈ ਗੱਲ। AD ਨੂੰ ਮਿਲਾਇਆ, ਹੱਲ। ਇੱਕ ਖੱਬੇ ਪਾਸੇ ਵਾਲੀ ਤਿਕੋਣ ਸਾਰੀ, ਇੱਕ ਸੱਜੇ ਪਾਸੇ ਵਾਲੀ ਤਿਕੋਣ ਲੈ ਲਈ ਆਪਾਂ। ਪਿਛਲੇ ਕੁਛ ਜਿਹੜਾ ਆਪਾਂ ਦਾ ਪਾਰਟ ਕੀਤਾ, ਆਲਟਰ ਕੀਤਾ ਹੈ, ਉਹ 'ਚ ਆਪਾਂ ਸਰਵੰਗ ਸਮਤਾ ਨਹੀਂ ਕੀਤਾ, ਆਪਾਂ ਸਿੱਧਾ ਸਮਦੋਭੁਜੀ ਵਾਲੀ ਸ਼ਰਤ ਲਗਾਈ ਹੈ। ਇੱਥੇ ਆਪਾਂ ਸਰਵੰਗ ਸਮਤਾ ਵਰਤ ਰਹੇ ਹਾਂ। ਤਾਂ ਖੱਬੇ ਪਾਸੇ ਵਾਲੀ ਤਿਕੋਣ ਹੋ ਗਈ ABD ਅਤੇ ਸੱਜੇ ਪਾਸੇ ਵਾਲੀ ਹੋ ਗਈ ACD। ਦੇਖੋ AB ਬਰਾਬਰ ਹੈ AC, BD ਬਰਾਬਰ ਹੈ DC, ਤੀਜੀ ਸ਼ਰਤ AD ਸਾਂਝਾ ਆ ਗਿਆ। ਆ ਤਾਂ ਦੇ ਹੀ ਰੱਖੇ ਨੇ ਕਿਉਂਕਿ ਦੋਨੇ ਸਮਦੋਭੁਜੀ ਤਿਕੋਣਾਂ ਨੇ। ਇਹ ਕਿੰਨਾ ਆ ਗਿਆ ਸਾਂਝਾ, ਤੇ ਤਿਕੋਣਾਂ ਕੀ ਹੋ ਗਈਆਂ, ਸਰਵੰਗ ਸਮ। ਕਿਉਂਕਿ ਇੱਥੇ ਤਿੰਨੇ ਭੁਜਾਵਾਂ ਬਰਾਬਰ ਹੈ, ਇਹਨੂੰ ਫਿਲਹਾਲ ਆਪਾਂ ਨਹੀਂ ਵਰਤਿਆ, ਤਾਂ ਇੱਕ ਆਲਟਰ ਦੇ ਲਈ ਮੈਂ ਇਹਨੂੰ ਦੱਸ ਰਿਹਾ। ਇੱਥੇ ਤਿੰਨੇ ਭੁਜਾਵਾਂ, ਉਹ ਆਪਾਂ ਅਗਲੇ ਲੈਕਚਰ 'ਚ ਗੱਲ ਕਰਾਂਗੇ। ਤਿੰਨੇ ਭੁਜਾਵਾਂ ਬਰਾਬਰ ਹੋ ਗਈਆਂ ਤਾਂ ਤਿਕੋਣਾਂ ਸਰਵੰਗ ਸਮ ਹੋ ਗਈਆਂ। ਤਾਂ ਜਿਹੜੇ ਉਹਦਾ ਸੰਗਤ ਭਾਗ ਹੋ ਗਿਆ, ਹੁਣ ਪੂਰੀ ਤਿਕੋਣ ਦੇ ਵਿੱਚ ਸੰਗਤ ਭਾਗ ਕਿਹੜਾ ਹੋ ਗਿਆ, ABD ਬਰਾਬਰ ਹੈ ACD, CPCT। ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਜੋ ਆਪਣੇ ਕੋਲੇ ਕੁਐਸਚਨ ਹੈ। ਹੁਣ ਆਪਾਂ ਇੱਕ ਹੋਰ ਕੁਐਸਚਨ ਤੇ ਗੱਲ ਕਰਦੇ ਹਾਂ। ਮੇਰੀ ਕੋਸ਼ਿਸ਼ ਹੈ ਜਿੰਨੇ ਕੁ ਮੈਥਡ ਮੈਂ ਤੁਹਾਨੂੰ ਦੱਸ ਸਕਦਾ ਹਰੇਕ ਕੁਐਸਚਨ ਦੇ ਮੈਂ ਦੱਸ ਰਿਹਾ। ਕੁਐਸਚਨ ਹੈ ਤਿਕੋਣ ABC ਇੱਕ ਸਮਦੋਭੁਜੀ ਤਿਕੋਣ ਹੈ। ਤਿਕੋਣ ABC ਇੱਕ ਸਮਦੋਭੁਜੀ ਤਿਕੋਣ ਹੈ ਜਿਸ ਵਿੱਚ AB ਬਰਾਬਰ ਹੈ AC। ਭੁਜਾ BC ਨੂੰ, AB ਬਰਾਬਰ ਹੈ AC, ਸੌਰੀ ਭੁਜਾ BA ਨੂੰ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ ਭੁਜਾ BA ਨੂੰ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ ਉਹ D ਤੇ ਇਸ ਤਰ੍ਹਾਂ ਮਿਲਦੀ ਹੈ ਕਿ AD ਬਰਾਬਰ ਹੈ AB। ਸਿੱਧ ਕਰੋ ਕੋਣ BCD ਬਰਾਬਰ ਹੈ 90 ਡਿਗਰੀ। ਹੁਣ ਡਾਇਗਰਾਮ ਕੀ ਕਹਿ ਰਹੀ ਹੈ, ਕਹਿੰਦੇ ABC ਇੱਕ ਤਿਕੋਣ ਹੈ, ਭੁਜਾ BA ਨੂੰ D ਨਾਲ ਇਸ ਤਰ੍ਹਾਂ ਵਧਾਇਆ ਗਿਆ ਹੈ ਕਿ AD ਬਰਾਬਰ ਹੈ AB। ਆਪਾਂ ਨੂੰ ਦਿੱਤਾ ਹੋਇਆ। ਹੁਣ ਇੱਕ ਸਿੱਧੀ ਜਿਹੀ ਗੱਲ, ਆਪਾਂ ਨੂੰ ਭੁਜਾਵਾਂ ਦਿੱਤੀਆਂ ਹੋਈਆਂ ਨੇ, AB ਬਰਾਬਰ ਹੈ AC ਹੈ ਇੱਕ ਆਪਣੇ ਕੋਲੇ AD ਬਰਾਬਰ ਹੈ AB ਹੈ। ਪਰੰਤੂ ਜੋ ਆਪਾਂ ਸਿੱਧ ਕਰਨਾ ਹੈ, ਆਪਾਂ ਕੋਣ ਸਿੱਧ ਕਰਨਾ ਹੈ, ਉਹ ਵੀ 90। ਉਰੇ ਬਰਾਬਰ ਨਹੀਂ ਸਿੱਧ ਕਰਨਾ ਕਿ ਇੱਕ ਕੋਣ ਦੂਜੇ ਦੇ ਬਰਾਬਰ ਹੈ। ਤਾਂ ਕਲੀਅਰ ਹੈ ਇੱਥੇ ਆਪਾਂ ਸਰਵੰਗ ਸਮਤਾ ਨਹੀਂ ਵਰਤ ਸਕਦੇ। ਤਾਂ ਇੱਥੇ ਆਪਾਂ ਨੂੰ ਇੱਕ ਰਿਜ਼ਲਟ ਚਾਹੀਦਾ ਹੈ। ਆਪਾਂ ਨੂੰ ਭੁਜਾਵਾਂ ਦਿੱਤੀਆਂ ਹੋਈਆਂ, ਤਾਂ ਆਪਾਂ ਸਭ ਤੋਂ ਫਿਰ ਪਹਿਲਾਂ ਕੀ ਕਰਾਂਗੇ, ਕਿਉਂਕਿ ਆਪਾਂ ਨੂੰ ਰਿਜ਼ਲਟ ਕੋਣ ਦੇ ਵਿੱਚ ਚਾਹੀਦਾ ਹੈ। ਆਪਾਂ ਕੀ ਕਰਾਂਗੇ, ਆਪਾਂ ਭੁਜਾਵਾਂ ਦਾ ਰਿਲੇਸ਼ਨ ਕੋਣ ਦੇ ਵਿੱਚ ਲੈ ਕੇ ਆਵਾਂਗੇ। ਕਿਵੇਂ, ਅਗਰ AB ਬਰਾਬਰ ਹੈ AC, ਕੋਣ 1 ਬਰਾਬਰ ਹੈ ਕੋਣ 2, ਹੈ ਨਾ। AD ਬਰਾਬਰ ਹੈ AB ਹੈ, ਪਰੰਤੂ AB AC ਦੇ ਬਰਾਬਰ ਹੈ। ਜਦੋਂ ਆ ਬਰਾਬਰ ਇਹਦੇ ਆ ਇਹਦੇ, ਤਾਂ ਆ ਵੀ ਆਪਸ 'ਚ ਕੀ ਹੋ ਗਏ, ਫਿਰ ਬਰਾਬਰ ਹੋ ਗਏ। ਦੇਖੋ ਆ ਇਹਦੇ ਬਰਾਬਰ ਹੈ, ਆ ਇਸ ਦੇ ਵੀ ਬਰਾਬਰ ਹੈ, ਤਾਂ ਆ ਦੋਨੋਂ ਵੀ ਆਪਸ 'ਚ ਕੀ ਹੋਣਗੇ, ਬਰਾਬਰ। ਤੇ ਜੇ ਆ ਦੋਨੇ ਆਪਸ 'ਚ ਬਰਾਬਰ ਹੋਣਗੇ, ਇਹਨਾਂ ਦੇ ਜਿਹੜੇ ਸਨਮੁਖ ਕੋਣ ਹੋਣਗੇ ਉਹ ਵੀ ਆਪਸ 'ਚ ਕੀ ਹੋਣਗੇ, ਬਰਾਬਰ। ਤਾਂ 3 ਕਿਹਦੇ ਬਰਾਬਰ ਆ ਗਿਆ, 4 ਦੇ। ਆਪਾਂ ਕੀ ਸਿੱਧ ਕਰਨਾ ਹੈ, ਕੋਣ BCD, ਮਤਲਬ 2 + 3 ਨੂੰ ਆਪਾਂ 90 ਸਿੱਧ ਕਰਨਾ ਹੈ। ਹੁਣ ਆਪਾਂ ਜਾਣਦੇ ਹਾਂ, ਅਸੀਂ ਜਾਣਦੇ ਹਾਂ ਕਿ ਤਿਕੋਣ BCD ਵਿੱਚ
ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਕੋਣ B ਪਲਸ ਕੰਪਲੀਟ ਕੋਣ C ਜਿਹਨੂੰ ਆਪਾਂ BCD ਲਿਖਾਂਗੇ ਪਲਸ ਕੋਣ D ਬਰਾਬਰ 180। ਆ ਕੋਣ 1 ਹੈ, ਇਹ ਕੋਣ 2 ਤੇ ਕੋਣ 3 ਹੈ, ਆ ਕੋਣ 4 ਹੈ ਬਰਾਬਰ 180। ਆਪਾਂ ਜੋ ਸਿੱਧ ਕਰਨਾ ਹੈ 2 ਤੇ 3 ਹੈ ਤਾਂ ਕਲੀਅਰ ਹੈ ਇਹ ਦੋਨੋਂ ਆਪਾਂ ਨੂੰ ਚਾਹੀਦੇ ਨੇ। ਆਪਾਂ ਨੇ ਆ ਖਤਮ ਕਰਨੇ ਆ, ਦੇਖਦੇ ਆ। 1 ਕਿਹਦੇ ਬਰਾਬਰ ਆ ਗਿਆ 2 ਦੇ, ਤਾਂ ਉਰੇ 2 ਆ ਗਿਆ। 4 ਕਿਹਦੇ ਬਰਾਬਰ ਆ ਗਿਆ 3 ਦੇ, ਤਾਂ ਦੇਖੋ ਆਪਣੇ ਕੋਲ ਕੀ ਬਣ ਗਿਆ ਕੋਣ 2 ਆ ਓਵੇਂ ਦਾ ਓਵੇਂ ਆ ਓਵੇਂ ਦਾ ਓਵੇਂ ਪਲਸ ਕੋਣ 3 ਬਰਾਬਰ 180। 2 ਬਾਰ ਕੋਣ 2 ਆ ਗਿਆ, 2 ਬਾਰ ਕੋਣ 3 ਆ ਗਿਆ 180। 2 ਨਾਲ ਵੰਡਣ ਤੇ ਇਹਨੂੰ 2 ਨਾਲ ਵੰਡਤਾ, ਇਹਨੂੰ 2 ਨਾਲ ਵੰਡਤਾ, ਇਹਨੂੰ 2 ਨਾਲ ਵੰਡਤਾ ਤਾਂ ਕਿੰਨਾ ਆ ਗਿਆ 90। ਤਾਂ ਕੋਣ 2 ਪਲਸ ਕੋਣ 3 ਕਿਹਦੇ ਬਰਾਬਰ ਆ ਗਿਆ 90 ਦੇ। ਤਾਂ ਇਹ ਆਪਣੇ ਕੋਲ ਕੀ ਆ ਗਿਆ ਰਿਜ਼ਲਟ ਆ ਦੋਸਤੋ। ਇਹ ਸੀ ਆਪਣੇ ਕੋਲੇ ਸਮਦੋਭੁਜੀ ਤਿਕੋਣ ਦੇ ਨਾਲ ਸੰਬੰਧਿਤ ਸਰਵੰਗ ਸਮਤਾ ਦੇ ਜਾਂ ਉਹਦੇ ਰਿਜ਼ਲਟ ਦੇ ਕੁਐਸਚਨ। ਥੈਂਕ ਯੂ।